सत श्री अकाल प्यारे विद्यार्थियों। अज की इस वीडियो दे विच आपां सुंदर लिखाई बारे गलबात करांगे। कुछ बुनियादी गल्लां दा ध्यान रख के असीं अपनी जिहड़ी पंजाबी दी लिखाई है उसनूं किवें होर ज़्यादा सुंदर अते साफ बना सकते हाँ। प्यारे विद्यार्थियों, असीं लिखण लग्गिआं आम तौर ते कुछ जिहड़ियां गल्लां हन उन्हां नूं अखों परोखे कर दिंदे हाँ, लापरवाही कर जांदे हाँ, जिहदे कारण साडी जिहड़ी लिखाई आ ਉਹ ਵਿਗੜ ਜਾਂਦੀ ਹੈ। ਕਈ ਵਾਰ ਅਸੀਂ ਲਿਖਦੇ ਸੋਹਣਾ ਪਰ ਸਾਨੂੰ ਜਿਹੜੀ ਅੱਖਰਾਂ ਦੀ ਬਨਾਵਟ ਆ ਜਾਂ ਉਹਨਾਂ ਨੂੰ ਲਿਖਣ ਦਾ ਜਿਹੜਾ ਗਲਤ ਤਰੀਕਾ ਉਹਦੇ ਕਰਕੇ ਵੀ ਜਿਹੜੀ ਸਾਡੀ ਲਿਖਾਈ ਆ ਉਹ ਖਰਾਬ ਹੋ ਜਾਂਦੀ ਹੈ। ਅੱਜ ਆਪਾਂ ਉਹਨਾਂ ਨੁਕਤਿਆਂ ਬਾਰੇ ਗੱਲਬਾਤ ਕਰਾਂਗੇ ਅਤੇ ਨਾਲ-ਨਾਲ ਲਿਖਣ ਦਾ ਜਿਹੜਾ ਹੈਗਾ ਉਹ ਢੰਗ ਵੀ ਸਿੱਖਾਂਗੇ। ਸਭ ਤੋਂ ਪਹਿਲਾਂ ਲਿਖਣ ਸਮੇਂ ਸੁਭਾਵਿਕ ਤੌਰ ਤੇ ਸਾਡੇ ਕੋਲੋਂ ਜਿਹੜੀਆਂ ਕੁਝ ਗਲਤੀਆਂ ਹੁੰਦੀਆਂ ਹਨ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਜਿਵੇਂ ਅਸੀਂ ਲਿਖਣ ਵੇਲੇ ਸਾਨੂੰ ਅੱਖਰਾਂ ਦੀ ਸਹੀ ਬਣਾਵਟ ਪਤਾ ਨਹੀਂ ਹੁੰਦੀ। ਜਿਵੇਂ ਮੈਂ ਤੁਹਾਨੂੰ ਲਿਖ ਕੇ ਦੱਸਦਾ, ਆਪਾਂ ਕੱਕਾ ਲਿਖਦੇ ਹਾਂ, ਆਪਾਂ ਲਿਖਿਆ ਸੋਹਣਾ ਪਰ ਇਹ ਜਿਹੜੀ ਬਣਾਵਟ ਹੈ ਇਹਦੀ ਸਹੀ ਨਹੀਂ ਗੀ। ਸੋ ਸੋਹਣਾ ਲਿਖੇ ਹੋਣ ਦੇ ਬਾਵਜੂਦ ਵੀ ਇਹਦੀ ਜਿਹੜੀ ਦੇਖਾ ਉਹ ਸਹੀ ਨਹੀਂ ਬਣਦੀ ਪਈ, ਤਾਂ ਅੱਖਰ ਦੀ ਜਿਹੜੀ ਆਪਾਂ ਨੂੰ ਬਣਤਰ ਆ ਉਹਦਾ ਗਿਆਨ ਨਾ ਹੋਣਾ ਉਹ ਆ ਆਪਣੀ ਲਿਖਾਈ ਜਿਹੜੀ ਆ ਉਹ ਵਿਗਾੜ ਸਕਦਾ ਹੈ। ਇਸ ਤੋਂ ਇਲਾਵਾ ਅਸੀਂ ਕਈ ਵਾਰ ਲਿਖਦੇ ਲਾਈਨਾਂ ਨੂੰ ਦੂਰੀਆਂ ਕਰ ਜਾਂਦੇ ਹਾਂ। ਦੂਰੀਆਂ ਲਾਈਨਾਂ ਨਾਲ ਜਿਹੜਾ ਅੱਖਰ ਆ ਉਹ ਖਰਾਬ ਹੋ ਜਾਂਦਾ। ਜਿਵੇਂ ਅਸੀਂ ਖੱਖਾ ਲਿਖ ਰਹੇ ਹਾਂ, ਵਿਦਿਆਰਥੀ ਕੀ ਕਰਦੇ ਆ, ਪੈਨ ਜਾਂ ਕਲਮਾਂ ਨਹੀਂ ਚੱਕਦੇ ਅਤੇ ਜਿਹੜੀ ਲਾਈਨ ਆ ਉਹ ਦੂਰੀ ਹੋ ਜਾਂਦੀ ਹੈ। ਇਹ ਖੱਖਾ ਸਹੀ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਇਹ ਖਰਾਬ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਅੱਖਰਾਂ ਦੇ ਵਿੱਚ ਅਸੀਂ ਘੁੰਡੀਆਂ ਛੱਡ ਦਿੰਦੇ ਹਾਂ। ਜਿਵੇਂ ਮੈਂ ਦੇਖੋ ਇੱਥੇ ਤੁਹਾਨੂੰ ਦਿਖਾ ਰਿਹਾ, ਐੜੇ ਦੇ ਵਿੱਚ ਵਿਦਿਆਰਥੀ ਕੀ ਕਰਦੇ, ਘੁੰਡੀਆਂ ਛੱਡ ਦਿੰਦੇ ਆ, ਸੱਸੇ ਦੇ ਵਿੱਚ ਘੁੰਡੀ ਛੱਡ ਦਿੰਦੇ ਆ। ਤੋ ਕਈ ਅੱਖਰਾਂ ਦੇ ਵਿੱਚ ਘੁੰਡੀਆਂ ਬਣਦੀਆਂ ਨੇ, ਕਈ ਅੱਖਰਾਂ ਦੇ ਵਿੱਚ ਘੁੰਡੀਆਂ ਜਿਹੜੀਆਂ ਉਹ ਨਹੀਂ ਬਣਦੀਆਂ। ਇਸ ਦੀ ਵਜ੍ਹਾ ਕਰਕੇ ਵੀ ਜਿਹੜੀ ਸਾਡੀ ਲਿਖਾਈ ਆ ਉਹਦੀ ਦੇਖਾ ਜਿਹੜੀ ਉਹ ਖਰਾਬ ਹੋ ਜਾਂਦੀ ਆ। ਅੱਖਰਾਂ ਦਾ ਸਾਈਜ਼ ਜਿਹੜਾ ਉਹਨਾਂ ਦਾ ਆਕਾਰ ਆ, ਸਾਈਜ਼ ਆ, ਉਹ ਵੀ ਸਹੀ ਨਾ ਹੋਣ ਕਾਰਨ ਜਿਹੜਾ ਅੱਖਰ ਆ ਉਹ ਖਰਾਬ ਦਿਖਦੇ ਆ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਜਿਹੜੇ ਅੱਖਰਾਂ ਦਾ ਜਿਹੜਾ ਸਾਈਜ਼ ਆ, ਲੰਬਾਈ ਚੌੜਾਈ ਆ, ਉਸ ਦਾ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਜਿਹੜੀਆਂ ਲਗਾ ਮਾਤਰਾਂ ਅੱਖਰਾਂ ਦੇ ਨਾਲ ਲੱਗਦੀਆਂ ਉਹਨਾਂ ਨੂੰ ਲਾਉਣ ਲੱਗਿਆਂ ਵੀ ਕਈ ਵਾਰੀ ਅਸੀਂ ਛੋਟੀਆਂ ਗਲਤੀਆਂ ਕਰ ਜਾਂਦੇ ਹਾਂ। ਜਿਵੇਂ ਅਸੀਂ ਲਗਾ ਹਨ ਉਹਨਾਂ ਨੂੰ ਅੱਖਰਾਂ ਦੇ ਨਾਲ ਜੋੜ ਜਾਂਦੇ ਹਨ, ਉਹਨਾਂ ਨੂੰ ਬਿਲਕੁਲ ਨਾਲ ਨਹੀਂ ਜੋੜਨਾ ਹੁੰਦਾ। ਜਿਵੇਂ ਲਗਾਖਰ ਆ ਕੁਛ, ਬਿੰਦੇ ਟਿੱਪੀ ਆਦਿਕ, ਉਹਨਾਂ ਨੂੰ ਵੀ ਆਪਾਂ ਬਿਲਕੁਲ ਨਾਲ ਜੋੜ ਜਾਂਦੇ ਹਨ, ਜਿਸ ਕਾਰਨ ਕੀ ਆ ਉਹ ਅੱਖਰ ਦੀ ਜਿਹੜੀ ਬਣਾਵਟ ਉਹ ਸਹੀ ਨਹੀਂ ਲੱਗਦੀ ਜਾਂ ਜਿਹੜੀ ਆਪਣੀ ਲਿਖਾਈ ਆ ਉਹਦਾ ਪ੍ਰਭਾਵ ਸਹੀ ਨਹੀਂ ਪੈਂਦਾ। ਇਸ ਦੇ ਨਾਲ ਹੀ ਜਿਹੜੇ ਆਪਣੇ ਕੋਲ ਪੰਜਾਬੀ ਦੇ ਵਿੱਚ 3 ਦੁੱਤ ਅੱਖਰ ਆ, ਹਾਹਾ ਰਾਰਾ ਵਾਵਾ, ਹਾਹਾ ਰਾਰਾ ਵਾਵਾ, ਜਿਹੜੇ ਪੈਰ ਦੇ ਵਿੱਚ ਲਗਾਏ ਜਾਂਦੇ ਹਨ, ਇਹਨਾਂ ਨੂੰ ਲਿਖਣ ਲੱਗਿਆਂ ਵੀ ਅਸੀਂ ਜਿਹੜੇ ਅੱਖਰ ਦੇ ਪੈਰ ਦੇ ਵਿੱਚ ਪੈਂਦੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਜੋੜ ਜਾਂਦੇ ਹਾਂ, ਜਿਸ ਕਾਰਨ ਕੀ ਆ ਇਹ ਆਪਣੀ ਲਿਖਾਈ ਆ ਉਹ ਖਰਾਬ ਲੱਗਦੀ ਆ। ਜਿਵੇਂ ਆਪਾਂ ਬਿਲਕੁਲ ਇਹਨੂੰ ਨਾਲ ਜੋੜ ਦਿੰਦੇ ਹਾਂ ਤਾਂ ਇਹ ਗਲਤ ਹੋ ਜਾਂਦਾ। ਜਿਵੇਂ ਆਪਾਂ ਸਵਰ ਲਿਖਦੇ ਹਾਂ ਅਤੇ ਵਾਵੇ ਨੂੰ ਆਪਾਂ ਬਿਲਕੁਲ ਨਾਲ ਜੋੜਤਾ, ਉਹਦੇ ਕਰਕੇ ਕੀ ਇਹ ਸਹੀ ਨਹੀਂ ਲੱਗਦਾ। ਇਹਨਾਂ ਗੱਲਾਂ ਦਾ ਵੀ ਸਾਨੂੰ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਓ, ਜਿਹੜੀ ਸਾਡੀ ਸ਼ੀਟ ਹੈ ਜਾਂ ਜਿਹੜੀ ਸਾਡੀ ਕਾਪੀ ਜਿਸ 'ਤੇ ਅਸੀਂ ਲਿਖ ਰਹੇ ਹਾਂ ਉਹ ਤਕਰੀਬਨ 45 ਡਿਗਰੀ ਦੇ ਕੋਣ 'ਤੇ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਲਿਖ ਰਹੇ ਹਾਂ। ਜੇ ਤੁਸੀਂ ਖੱਬੇ ਹੱਥ ਨਾਲ ਲਿਖ ਰਹੇ ਹੋ ਤਾਂ ਇਸ ਸਾਈਡ ਆਪਣੇ ਕੋਲ 45 ਡਿਗਰੀ ਦੇ ਹਿਸਾਬ ਨਾਲ ਹੋਣੀ ਚਾਹੀਦੀ। ਜੇ ਅਸੀਂ ਸੱਜੇ ਹੱਥ ਨਾਲ ਲਿਖ ਰਹੇ ਹਾਂ ਤਾਂ ਸੱਜੇ ਹੱਥ ਤੋਂ ਆਪਣੀ ਜਿਹੜੀ ਹੈਗੀ ਆ ਉਹ 45 ਡਿਗਰੀ ਹੋਣੀ ਚਾਹੀਦੀ। ਬਿਲਕੁਲ ਐਂ ਸਿੱਧੇ ਲੈ ਕੇ ਨਹੀਂ ਆਪਾਂ ਬੈਠਣਾ, ਉਸ ਤਰ੍ਹਾਂ ਆਪਾਂ ਜਿਹੜਾ ਹੈ ਉਹ ਸਹੀ ਹੀ ਨਹੀਂ ਲਿਖ ਸਕਾਂਗੇ। ਤੋ ਜਿਸ ਤਰ੍ਹਾਂ ਮੈਂ ਹੁਣ ਖੱਬੇ ਹੱਥ ਨਾਲ ਲਿਖ ਰਿਹਾ ਤਾਂ ਮੈਂ ਜਿਹੜੀ ਹੈਗੀ ਆ ਇਹ ਨੋਟਬੁੱਕ ਆ, ਕਾਪੀ ਆ, ਇਸ ਨੂੰ 45 ਡਿਗਰੀ 'ਤੇ ਰੱਖਿਆ ਹੋਇਆ ਹੈ। ਅੱਖਰ ਆ ਜਿਹੜੇ ਉਹ ਬਿਲਕੁਲ ਸਿੱਧੇ ਹੋਣੇ ਚਾਹੀਦੇ ਆ ਹਾਸ਼ੀਏ ਦੇ ਹਿਸਾਬ ਨਾਲ। ਜਿਹੜੀਆਂ ਅੱਖਰਾਂ ਦੀਆਂ ਲਾਈਨਾਂ ਆਪਸ ਦੇ ਵਿੱਚ ਸਮਾਂਤਰ ਕੱਟਦੀਆਂ ਹੋਣੀਆਂ ਚਾਹੀਦੀਆਂ ਹਨ। ਅੱਖਰਾਂ ਦਾ ਜਿਹੜਾ ਸਾਈਜ਼ ਆ ਉਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਉਸ ਬਿਲਕੁਲ ਇੱਕੋ ਜਿਹੇ ਹੋਣੇ ਚਾਹੀਦੇ ਆ, ਖਾਸ ਤੌਰ 'ਤੇ ਵਰਗਾਕਾਰ। ਇਸ ਤੋਂ ਇਲਾਵਾ ਜਿਵੇਂ ਆਪਾਂ ਸਿਹਾਰੀ ਬਿਹਾਰੀ ਆ ਅੱਖਰ ਦੇ ਨਾਲ ਲਗਾਉਂਦੇ ਹਾਂ, ਜਿਵੇਂ ਦੇਖੋ ਇੱਥੇ ਆਪਾਂ ਬਿਹਾਰੀ ਪਾਵਾਂਗੇ ਤਾਂ ਉਹ ਨਾਲ ਹੀ ਬਿਲਕੁਲ 90 ਡਿਗਰੀ 'ਤੇ
समांतर होनी चाहिए है, तो उपरों जिहड़ी है वो नाल नहीं जुड़ी होनी चाहिए। इन्हां गल्लां दे बारे च भी आपां जिहड़ा है डिटेल नाल गलबात करांगे इस वीडियो दे विच। अपने पंजाबी दे विच जिहड़े पैर च बिंदी वाले अखर आ, जिवें सस्से पैर बिंदी हो गया, खखे पैर बिंदी हो गया, जज्जे पैर बिंदी हो गया, तो आपां देखना भी उन्हां दी जिहड़ी बिंदी है वो कित्थे लगदी है। जिवें सस्से दे ते जज्जे दे बिंदी थल्ले विचकार लगेगी, बाकी सारे जिहड़े खखा गग्गा फफा लल्ला उन्हां दे खब्बे हत्थ थल्ले आपां बिंदी आ वो लगाउणी आ। सो आओ हुण आपां जिहड़ी अपनी गुरमुखी वरनमाला उसनूं नाल नाल लिखदे हां ਅਤੇ ਦੇਖਦੇ ਹਾਂ कि ਅੱਖਰਾਂ ਦੀ ਜਿਹੜੀ ਬਣਾਵਟ ਆ ਉਸ ਨੂੰ ਬਣਾਉਣ ਲੱਗਿਆਂ ਅਸੀਂ ਕਿੰਨਾ ਕਿੰਨਾ ਗੱਲਾਂ ਦਾ ਜਿਹੜਾ ਹੈ ਉਹ ਧਿਆਨ ਰੱਖਣਾ ਹੈ। ਊੜੇ ਨੂੰ ਲਿਖਣ ਲੱਗਿਆਂ ਪਹਿਲਾਂ ਅਸੀਂ ਜਦੋਂ ਇੱਥੋਂ ਲਾਈਨ ਖਿੱਚਦੇ ਹਾਂ फिर असीं इत्थों लाइन शुरू करांगे, इत्थों वापस ही नहीं, क्योंकि इत्थे सानूं पैन चक्कण दी लोड़ आ। थल्लों बिल्कुल गलाई दे विच उप्पर जाके ते उपरली घुंडी नूं जाके जित्थों असीं शुरू कीता सी उत्थे लिया के जोड़ देना है। तो जिहड़ी आ लाइन है ये आम नालों थोड़ी जी वधी होनी चाहिदी है। बिल्कुल गलाई दे विच साडे कोल जिहड़ा हैगा ऊड़ा वो बन जाएगा। जिहड़ी आ पहली घुंडी है ये थोड़ी जी मोटी होनी चाहिए, जिहड़ी आ थल्ले वाली ये थोड़ी जी छोटी होनी चाहिए है। उस तो बाद ਜਿਹੜਾ दूसरा ਅੱਖਰ ਆਪਾਂ ਇਸ ਨੂੰ ਲਿਖਦੇ ਹਾਂ ਤਾਂ ਆਪਾਂ ਪੈਨ ਨਹੀਂ ਚੱਕਣਾ, ਇੱਥੋਂ ਉਵੇਂ ਹੀ ਮੋੜਦੇ ਜਾਣਾ ਹੈ ਤੇ ਅਖੀਰ ਤੇ ਲਿਆ ਕੇ ਇੱਥੇ ਪੈਨ ਚੱਕ ਕੇ ਇੱਥੋਂ ਸਿੱਧਾ ਕਰ ਦੇਣਾ ਹੈ। ਇਹ ਆਪਣੇ ਕੋਲੇ ਦੂਸਰਾ ਅੱਖਰ ਆ ਗਿਆ। ਤੀਸਰੇ ਦੇ ਵਿੱਚ ਆਪਾਂ ਲਾਈਨ ਲਗਾ ਕੇ 90 ਡਿਗਰੀ ਡੰਡੀ ਥੱਲੇ ਖਿੱਚਦੇ ਹਾਂ ਛੋਟੀ ਜੀ, ਤੇ ਉਸ ਤੋਂ ਬਾਅਦ ਅੰਗਰੇਜ਼ੀ ਦੀ ਜਿਵੇਂ ਆਪਣੇ ਕੋਲ ਸੀ ਹੈ ਉਸ ਤਰ੍ਹਾਂ ਸੀ ਪਾ ਕੇ ਤੇ ਇਸ ਨੂੰ ਨਾਲ ਐਵੇਂ ਜੋੜ ਦੇਣਾ ਹੈ। ਇਸ ਤਰ੍ਹਾਂ ਦੇ ਅੱਖਰ ਦੇ ਵਿੱਚ विद्यार्थियों तुसीं ध्यान रखना है। देखो जिवें मैं तुहानूं दिखा रहा कि जिहड़ी आ ईड़ी दी डंडी है थल्ले वाली ये उतली डंडी तो अगे नहीं निकली होनी चाहिए। जे अगे निकल जाएगी तो ये जिहड़ा अखर आ बुरा लगेगा, तो ये बराबर होनी चाहिए है। उस तो बाद है अपने कोले जिवें सस्सा, इहदी पहली डंडी नूं आपां इत्थों मोड़ांगे, पैन नहीं इत्थे आपां चक्कना, सीधा लिया के तो थल्ले तक लै जाएंगे। तो जिहड़ी सस्से दी पहली डंडी आ वो दूजी डंडी नालों थोड़ी जी छोटी होनी चाहिए है, थोड़ी जी उपर रहनी चाहिए है। रेखावां बिल्कुल देखो सीधियां जिवें 90 डिग्री एक दूजे नूं ये कट रही हैं। इस चीज़ का आपां ध्यान रखना है। इस तो बाद देखो जिवें आपां हाहा पा रहे हैं तो जिहड़ा हाहा ये थल्लों थोड़ा जिहा गलाईदार होना चाहिए। अखर जिहड़े वो तिरछे नहीं होने चाहिए, उन्हां दीयां बाहलियां जिहड़ियां नुकरां वो नहीं कढणियां चाहिए। कई विद्यार्थी की करदे इस तरह पा दिंदे आ, हुण ये देखण नूं तां ठीक है पर यह सही नहीं गा। सो हाहा जिहड़ा है आपां इस तरह पाउणा है। तो प्यारे विद्यार्थियों एक गल इत्थे होर ध्यान देण वाली भी जिहड़ी अपनी गुरमुखी वरनमाला दे अखर आ वो कई अखर एक दूजे नाल आ वो मेल खांदे आ। वो एक अखर नूं सिੱਖਦਿਆਂ ਹੋਇਆਂ आपां ਉਹਦੇ ਨਾਲ ਦੇ कई अखर आ ਜਿਹੜੇ ਉਹ ਸਿੱਖ ਸਕਦੇ ਹਾਂ। कई अखर आ ਜਿਹੜੇ ਉਹ ਦੂਸਰੇ ਅੱਖਰਾਂ ਨਾਲ ਜ਼ਿਆਦਾਤਰ ਜਾਂ ਕੁਝ ਹੱਦ ਤੱਕ ਮਿਲਦੇ ਆ। ਉਹ ਕਿਹੜੇ ਅੱਖਰ ਆ ਜਿਵੇਂ ਆਪਾਂ ਗੱਲ ਕਰਦੇ ਹਾਂ। देखो जिवें अपने कोल है ऊड़ा, डड्डा, तत्ता, पब्बा, डाड़ा। ਊੜੇ ਨੂੰ ਸਿੱਖਦੇ ਹੋਏ ਵੇਖੋ ਆਪਾਂ ਜਿਹੜੇ 4 ਅੱਖਰਾਂ ਨਾਲ ਹੋਰ ਸਿੱਖ ਸਕਦੇ ਹਾਂ। थोड़ा फर्क हो सकता ਜਾਂ थोड़ा ਜਿਹਾ ज़्यादा फर्क हो सकता, पर इन्हां दी जिहड़ी बनावट आ लगभग एक दूजे नाल मिलदी आ। इवें ही असीं जिहड़ा है सस्सा साडे कोल ओह मम्मे दे नाल मिलदा जुलदा है, और फर्क सिर्फ उतली लाइन दा है। ये दो अखर जिहड़े साडे कोल आ वो मिलदे जुलदे आ। इस तो इलावा जिवें हाहा है, रारा है, गग्गा है, ये आपस दे विच मिलते जुलते आ। एक अखर दे नाल असीं ये 3 अखर जिहड़े आ होर सीख सकते हैं। उवें ही साडे कोल है दद्दा, चच्चा,
ਢੱਡਾ। ਉਵੇਂ ਹੀ ਸਾਡੇ ਕੋਲ ਹੈ ਆਵਾ ਤੇ ਈਆਂ। ਇਸ ਤੋਂ ਇਲਾਵਾ ਦੇਖੋ ਅਸੀਂ ਜਦੋਂ ਪੱਪਾ ਪਾਉਣੇ ਆ, ਪੱਪੇ ਦੇ ਨਾਲ ਮਿਲਦਾ ਜੁਲਦਾ ਸਾਡੇ ਕੋਲੇ ਅਸੀਂ ਖੱਖਾ, ਤੱਦਾ, ਥੱਥਾ, ਘੱਗਾ ਤੇ ਯਈਆ ਪਾ ਸਕਦੇ ਹਾਂ। ਵੇਖੋ ਇੱਕ ਅੱਖਰ ਦੇ ਨਾਲ ਅਸੀਂ ਜਿਹੜੇ ਹੈਗੇ 5 ਅੱਖਰ ਹੋਰ ਸਿੱਖ ਲਏ ਹੈਗੇ ਆ। ਸੋ ਇਸ ਤਰ੍ਹਾਂ ਅਸੀਂ ਇੱਕ ਅੱਖਰ ਦੀ ਮਦਦ ਨਾਲ ਹੋਰ ਜਿਹੜੇ ਅੱਖਰ ਆ ਉਹਨਾਂ ਨੂੰ ਸਿੱਖ ਸਕਦੇ ਹਾਂ। ਆਓ ਹੁਣ ਆਪਾਂ ਅੱਗੇ ਲਿਖਦੇ ਹਾਂ ਵਰਣਮਾਲਾ ਨੂੰ। ਉਸ ਤੋਂ ਬਾਅਦ ਅਸੀਂ ਲਿਖਾਂਗੇ ਕੱਕਾ। ਕੱਕੇ ਦੀ ਜਿਹੜੀ ਕੁੰਡੀ ਆ ਉਹ ਅਸੀਂ ਮੋਟੀ ਰੱਖਣੀ ਆ ਅਤੇ ਥੱਲੇ ਤੱਕ ਇਹਨੂੰ ਮੋੜ ਲਿਆਉਣਾ ਹੈ। ਦੇਖਣਾ ਹੈ ਵੀ ਜਿਹੜੀ ਸਾਡੀ ਕੱਕੇ ਵਾਲੀ ਥੱਲੇ ਵਾਲੀ ਕੁੰਡੀ ਆ ਉਹ ਉੱਪਰ ਜਿੱਥੋਂ ਸ਼ੁਰੂ ਕੀਤੀ ਸੀ ਉਹਦੇ ਬਿਲਕੁਲ ਬਰਾਬਰ ਹੋਣੀ ਚਾਹੀਦੀ ਆ। ਜੇ ਅੱਗੇ ਨਿਕਲ ਜਾਏਗੀ ਤਾਂ ਫਿਰ ਉਹ ਵਧੀਆ ਪ੍ਰਭਾਵ ਆ ਜਿਹੜਾ ਉਹਦਾ ਨਹੀਂ ਪਵੇਗਾ। ਇਸ ਤੋਂ ਇਲਾਵਾ ਜਿਹੜੀ ਕੱਕੇ ਦੀ ਗੋਲ ਕੁੰਡੀ ਆ ਇਹ ਜੇ ਪਤਲੀ ਹੋਏਗੀ ਤਾਂ ਵੀ ਉਹਦਾ ਜਿਹੜਾ ਪ੍ਰਭਾਵ ਆ ਉਹ ਸਹੀ ਨਹੀਂ ਪਵੇਗਾ। ਇਹਦੀ ਕੁੰਡੀ ਆ ਜਿਹੜੀ ਉਹ ਮੋਟੀ ਤੋਂ ਮੋਟੀ ਰੱਖਣੀ ਆ। ਖੱਖੇ ਨੂੰ ਲਿਖਣ ਲੱਗਿਆਂ ਜਿਹੜੀ ਆਹ ਦੀ ਚੁੰਡ ਆ ਇਹਨੂੰ ਜ਼ਿਆਦਾ ਆਪਾਂ ਤਿੱਖਾ ਜਿਹੜਾ ਹੈਗਾ ਇਸ ਤਰ੍ਹਾਂ ਉਹ ਨਹੀਂ ਕਰਨਾ, ਗਲਾਈ ਦੇ ਵਿੱਚ ਹੀ ਰੱਖਣਾ ਅਤੇ ਇੱਥੋਂ ਇਹਨੂੰ ਨਾਲ ਜੋੜ ਦੇਣਾ ਹੈ। ਇਹ ਆਪਣੇ ਕੋਲ ਖੱਖਾ ਆ ਗਿਆ। ਗੱਗੇ ਨੂੰ ਆਪਾਂ ਥੋੜ੍ਹਾ ਗਲਾਈ ਦੇ ਨਾਲ ਰੱਖਣਾ ਹੈ ਅਤੇ ਨਾਲ ਇਹਦੀ ਜਿਹੜੀ ਡੰਡੀ ਆ ਬਿਲਕੁਲ 90 ਡਿਗਰੀ ਬਰਾਬਰ ਆਪਾਂ ਖਿੱਚ ਦੇਣੀ ਹੈ। ਬਸ ਥੋੜ੍ਹਾ ਜਿਹਾ ਤੁਸੀਂ ਲਿਖਣ ਲੱਗਿਆਂ ਧਿਆਨ ਰੱਖਣਾ ਹੈ। ਅਭੀ ਆਪਾਂ 90 ਡਿਗਰੀ ਛੋਟੀ ਜਿਹੀ ਲਾਈਨ ਖਿੱਚ ਕੇ ਪੁੱਠੀ ਸੀ ਪਾਉਣੀ ਆ ਅਤੇ ਇਹਦੀ ਜਿਹੜੀ ਕੁੰਡੀ ਆ ਇਹ ਬਣੇਗੀ। ਇਹਦੇ 'ਚ ਆਪਾਂ ਇਹ ਨਹੀਂ ਕਿ ਇਹਨੂੰ ਆਪਾਂ ਇੱਥੋਂ ਮੋੜਨ ਲੱਗਿਆਂ ਨਾਲ ਹੀ ਮੋੜ ਦੇਣਾ। ਇਹਦੀ ਜਿਹੜੀ ਕੁੰਡੀ ਆ ਉਹ ਦਿਖਣੀ ਚਾਹੀਦੀ ਹੈ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਹੈ ਆਪਣੇ ਕੋਲੇ ਚੱਚਾ। ਥੱਲੇ 90 ਡਿਗਰੀ ਛੋਟੀ ਲਾਈਨ ਖਿੱਚ ਕੇ ਆਪਣੇ ਕੋਲੇ ਚੱਚਾ ਬਣ ਗਿਆ। ਚੱਚੇ ਤੋਂ ਬਾਅਦ ਛੱਛਾ। ਉਵੇਂ ਫਿਰ 90 ਡਿਗਰੀ ਛੋਟੀ ਲਾਈਨ ਖਿੱਚ ਕੇ ਇੱਕ ਅੰਗਰੇਜ਼ੀ ਦੀ ਚਿਪੀ ਹੋਈ ਸੀ, ਫਿਰ ਪੁੱਠੀ ਚਿਪੀ ਹੋਈ ਸੀ ਪਾ ਕੇ ਇੱਥੋਂ ਤੇ ਇਹਨੂੰ ਆਪਾਂ ਨਾਲ ਜੋੜ ਦੇਣਾ, ਚਾਲੇ ਦੇ ਡੰਡੀ ਲਗਾ ਦੇਣੀ। ਆਪਣੇ ਕੋਲੇ ਛੱਛਾ ਬਣ ਗਿਆ। ਸੋ ਪਿਆਰੇ ਵਿਦਿਆਰਥੀਓ, ਜਿਹੜੇ ਅੱਖਰਾਂ ਦਾ ਆਕਾਰ ਆ ਉਹ ਬਿਲਕੁਲ ਇੱਕੋ ਜਿਹਾ ਹੋਣਾ ਚਾਹੀਦਾ। ਇਹ ਨਹੀਂ ਕਿ ਇੱਕ ਅੱਖਰ ਆਪਣੇ ਕੋਲ ਛੋਟਾ ਹੋ ਗਿਆ ਇੱਕ ਵੱਡਾ ਹੋ ਗਿਆ, ਇਹ ਬਰਾਬਰ ਰਹਿਣੇ ਚਾਹੀਦੇ ਆ। ਜੱਜਾ ਪਾਉਣ ਲੱਗਿਆਂ ਇੱਕ ਬਿਲਕੁਲ 90 ਡਿਗਰੀ ਲਾਈਨ ਥੱਲੇ ਤੱਕ ਆਪਾਂ ਖਿੱਚਣੀ ਆ। ਇਹਨੂੰ ਵਿਚਾਲਿਓਂ ਕੱਟਣਾ, ਇੱਥੋਂ ਮੋੜ ਕੇ ਇਹਨੂੰ ਫਿਰ ਥੱਲੇ 90 ਡਿਗਰੀ ਤੱਕ ਖਿੱਚ ਦੇਣਾ। ਆਪਣੇ ਕੋਲੇ ਜੱਜਾ ਆ ਜਾਏਗਾ। ਜੱਜੇ ਤੋਂ ਬਾਅਦ ਜਿਵੇਂ ਝੱਜਾ ਹੈ ਇਹਨੂੰ ਗਲਾਈ ਦੇ ਵਿੱਚ ਆਪਾਂ ਮੋੜਨਾ ਹੈ। ਇੱਥੋਂ ਸ਼ੁਰੂ ਕਰਕੇ ਇਹਨੂੰ ਸੀ ਦੀ ਤਰ੍ਹਾਂ ਹੀ ਮੋੜਦਿਆਂ ਹੋਇਆਂ ਇੱਥੇ ਲੈ ਕੇ ਇਹਦੀ ਕੁੰਡੀ ਜਿਹੜੀ ਉਹ ਮੋੜ ਦੇਣੀ ਆ। ਇਹਦੀ ਜਿਹੜੀ ਕੁੰਡੀ ਆ ਉਹ ਦਿਖਣੀ ਆਪਾਂ ਨੂੰ ਨਹੀਂ ਚਾਹੀਦੀ। ਜੇ ਇਹ ਕੁੰਡੀ ਐਂ ਕਰਕੇ ਦਿਸ ਗਈ ਤਾਂ ਫਿਰ ਉਹ ਅੱਖਰ ਕੀ ਆ ਉਹ ਗਲਤ ਹੋ ਜਾਊਗਾ। ਉਸ ਤੋਂ ਬਾਅਦ ਨਈਆਂ। ਇਹ ਬਿਲਕੁਲ ਵਾਵੇ ਦੀ ਤਰ੍ਹਾਂ ਜਿਵੇਂ ਆਪਾਂ ਗੱਲਬਾਤ ਕਰ ਚੁੱਕੇ ਹਾਂ। 90 ਡਿਗਰੀ ਥੋੜ੍ਹੀ ਜਿਹੀ ਡੰਡੀ ਖਿੱਚ ਕੇ ਥੱਲੇ ਨੂੰ ਇੱਕ ਵੱਡੀ ਚਿਪੀ ਹੋਈ ਸੀ ਪਾ ਦੇਣੀ ਆਪਾਂ ਅਤੇ ਉਸ ਤੋਂ ਬਾਅਦ ਇਹਨੂੰ ਅੱਧ ਦੇ ਵਿੱਚੋਂ ਫਿਰ ਆਪਾਂ ਇੱਕ ਸੀ ਮੋੜ ਦੇਣੀ ਆ ਅਤੇ ਇੱਥੇ ਆਪਾਂ ਇਹਦੇ ਹੈ ਜਿਹੜੀ ਆ ਉਹ ਡੰਡੀ ਲਗਾ ਦੇਣੀ ਆ। ਇਸ ਗੱਲ ਦਾ ਧਿਆਨ ਰੱਖਣਾ ਵੀ ਜਿਹੜੀਆਂ ਸਾਰੀਆਂ ਡੰਡੀਆਂ ਇਹਦੇ ਬਰਾਬਰ ਹੋਣੀਆਂ ਚਾਹੀਦੀਆਂ, ਅੱਗੇ ਨਹੀਂ ਵਧਣੀ ਚਾਹੀਦੀ ਕੋਈ ਵੀ। ਫਿਰ ਇਹ ਜਿਹੜਾ ਲਿਖਿਆ ਹੈ ਉਹ ਆਪਾਂ ਨੂੰ ਵਧੀਆ ਸੋਹਣਾ ਲੱਗੇਗਾ। ਉਸ ਤੋਂ ਬਾਅਦ ਹੈ ਟੈਂਕਾ। ਉਵੇਂ ਥੱਲੇ ਖਿੱਚ ਕੇ ਅਤੇ ਫਿਰ ਆਪਾਂ ਜਿਹੜੀ ਸੀ ਆ ਉਹ ਮੋੜ ਕੇ ਇੱਥੋਂ ਤੱਕ ਲੈ ਆਉਣੀ ਆ। ਕਈ ਬੱਚੇ ਕੀ ਕਰਦੇ ਆ, ਇਹਨਾਂ ਨੂੰ ਲਿਖਣ ਲੱਗਿਆਂ ਐਂ ਬਣਾ ਲੈਂਦੇ ਆ। ਜਿਹੜੀ ਆਹ ਤਿਰਛੀ ਨੋਚ ਹੈ ਨਾ ਇਹ ਨਹੀਂ ਹੋਣੀ ਚਾਹੀਦੀ, ਨਾ ਈੜੀ ਦੇ, ਨਾ ਫੱਫੇ ਦੇ, ਨਾ ਟੈਂਕੇ ਦੇ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਉਸ ਤੋਂ ਬਾਅਦ ਆਪਣੇ ਕੋਲ ਆਏਗਾ ਠੱਠਾ। ਛੋਟੀ ਜਿਹੀ ਲਾਈਨ ਲਾ ਕੇ ਆਪਾਂ ਸੀ ਮੋੜਨੀ ਆ ਥੋੜ੍ਹੀ ਜਿਹੀ ਝੁਕੀ ਹੋਈ, ਉਵੇਂ ਦੂਜੇ ਪਾਸਿਓਂ ਲੈ ਕੇ ਥੱਲੇ ਤੱਕ ਮੋੜ ਦੇਣੀ ਆ। ਇਹ ਆਪਣੇ ਕੋਲ ਬਣ ਗਿਆ ਠੱਠਾ। ਠੱਠੇ ਤੋਂ ਬਾਅਦ ਡੱਡਾ। ਬਿਲਕੁਲ ਜਿਵੇਂ ਆਪਾਂ ਊੜੇ ਨਾਲੇ ਮਿਲਦਾ ਜੁਲਦਾ ਇੱਥੋਂ ਤੱਕ ਲਿਆਵਾਂਗੇ। ਇੱਥੋਂ ਆ ਕੇ ਆਪਾਂ ਪੈਨ ਚੱਕ ਲੈਣਾ, ਫਿਰ ਇੱਥੋਂ ਸ਼ੁਰੂ ਕਰਨਾ,
इत्थों लैके तो बराबर तो मोड़ के जी कुंडी ऐ मोड़ देनी है। सो बिल्कुल बराबर होनी चाहिए, अगे नहीं निकली होनी चाहिए। आ भी आपस दे विच जिहड़ियां ओह बराबर होनी चाहिए। अगे अपने कोल ढड्डा बिल्कुल चच्चे की तरह थल्ले आपां मोड़ांगे। इत्थों जाके इहदी जिहड़ी कुंडी है मोड़नी है, पर कुंडी जिहड़ी वो दिखनी नहीं चाहिए। इत्थे लैके जिहड़ी कुंडी आपां वो मोड़ देनी है। इहदे विच जिहड़ी मोरी है वो दिखनी चाहिए है। जे इहदी आपां नूं इत्थे आके मोरी नहीं दिखूगी तो फिर यह गलत हो जूगा। ये आपां मोरी है जिहड़ी वो दिखाउणी है। इस तो बाद है अपने कोल नाणा। बच्चे पाउण लगे गलती कर जाते हैं, पर इनू पाउणा बिल्कुल सौखा। देखो जदों आपां नाणे नूं लिखना, सब तो पहलां आपां छोटी जी एक लाइन खिंचनी आ, उसनूं इत्थों कट्टना तो इत्थों ही शुरू करके जिहड़ी सी आ वो मोड़ देनी आ। देखो अपने कोले नाणा बन गया। सो इवें आपां इहनूं इत्थे पावांगे। पहलां लाइन लाई, फिर उहदे विचों एक लाइन कड्ढी, उहनूं उत्थों लाइन नूं कट्टिया तो इत्थों सी है जिहड़ी आपां मोड़ती। ये अपने को की आ नाणा बन गया। सो थोड़े ਜਿਹੇ सहजता नाल आपां अखरां दी जदों बनावट एक वारी सीख लैंदे, फिर आपां रूटीन दे विच ही जिहड़ा आम लिखते समय वधिया जिहड़ा सोहना वो लिख सकते हैं। इस तो बाद है अपने कोल तत्ता। जिवें आपां गल कर ली सी ऊड़े दे नाल मिलदा जुलदा है। इत्थे आके आपां पैन चक लेना है, इत्थों फिर शुरू करके इहनूं इत्थों तक जोड़ देना, इत्थों तक ले आउणा। इहदे बराबर होना चाहिए, इहदे तो जिहड़ा है ये अगे नहीं निकलना चाहिए। थत्थे नूं पाउण लग्गिआं जिहड़ी आ लाइन आउंदी आ, ये जिन्नी थल्ले रहेगी उन्नी ज़्यादा वधिया। आ डंडी थोड़ी जी वधी होनी चाहिए है। थत्था जिहड़ा वो वधिया बनता है। उपरों इहनूं आपां जोड़ देना, विचालों कट देना है 90 डिग्री। ये लाइनां बिल्कुल सीधियां होनी चाहिए। कई बार विद्यार्थी की करते हैं, सीधा पा लिया, लाइन लाउण लग्गिआं गलती कर जाते हैं। सो इस तरह नहीं होना चाहिए, जिहड़ी लाइन है बिल्कुल सीधी होनी चाहिए है। जिवें आपां चच्चा पाया सी उवें बिल्कुल दद्दा आपां इत्थे आके छड्ड देना। इहदी कुंडी मोड़ देनी है, विच्चों जिहड़ी इहदी कुंडी आ वो दिखनी नहीं चाहिए। उस तो बाद थत्थे वांगू फिर आपां धद्दा पाउणा है, उपरों जिहड़ी लाइन आ वो जोड़ देनी है। ठट्ठे की तरह ही जिहड़ा है नन्ना आपां पाउणा है। इत्थों इहनूं इत्थे आके छड्ड देना, उवें दूजे पासों पुट्ठी सी पा के इत्थे आके छड्ड देना है। तो जिहड़ा ठट्ठा ते जिहड़ा नन्ना आपस दे विच बिल्कुल मिलदे जुलदे आ। एक अखर दे नाल आपां जिहड़ा दूसरा अखर आ वो सीख सकते हैं। इस तो बाद फिर थत्थे ते धद्दे की तरह आपां पप्पा छोटी लाइन लगा के पा सकते हाँ। इहदी जिहड़ी नोक आ वो ज़्यादा नहीं होनी चाहिए, थोड़ा जिहा आपां जिहड़ा हैगा उहनूं गलाई दे विच ही रखना है। फिर ईड़ी ते टैंके की तरह जिवें आपां अगे सीख चुके हाँ, फफ्फा पाउणा है। छोटी जी लाइन खिंच के सी नूं मोड़ना है तो ये बराबरों लिया के इत्थे दी जिहड़ी कुंडी है वो बना लेनी है। इस दे विच जिहड़ा गोला है वो दिखना चाहिए है। ये अपने कोल सही जिहड़ा फफ्फा वो बन जाएगा। उस तो बाद है अपने कोल बब्बा। आपां सीधी लाइन एक गुलाई दे विच लगावांगे, पैन जां कलम चक्कण तो बाद इत्थों नूं मोड़ के इत्थों तक लिजावांगे, सीधी जिहड़ी 90 डिग्री लाइन आपां लगा देवांगे। ये अपने कोल बब्बा बन जाएगा। बब्बा फिर उस तरह जिवें आपां तत्ता गल कर चुके हैं डड्डे ते ऊड़े वांग सीधी लाइन लगाउणी आ, इसनूं मोड़ना। इत्थे आपां पैन नहीं चकना, इहदी कुंडी मोटी रख के इत्थों लिया के इहनूं इत्थे तक छड्ड देना है। ये बिल्कुल सीधा होना चाहिए इधरों भी ते इधरों भी, तो फिर जिहड़ा भब्बा आपां नूं गलाई दे विच सोहना लगेगा। इस तो बाद मम्मा जिवें आपां गल कर चुके सी सस्से की तरह ही इत्थों कुंडी मोड़नी, आपां पैन नहीं चकना, इत्थों सीधी लाइन लगा देनी है, इत्थों एक लाइन लगा देनी है। आ जिहड़ी लाइन आ थल्ले वाली लाइन नालों थोड़ी जी छोटी होनी चाहिए है। तो इस तरह जिहड़ा है अपने कोले मामा बन जाता है। उस तो बाद है यईया, आपां गल कर चुके हाँ। इत्थों लिया के इहनूं इत्थों सीधी लाइन लगा देनी है तो उपर एक लाइन लगा देनी है, अपने कोले यईया बन जाएगा। उस तो बाद है रारा। हाहे की तरह ही थल्लों थोड़ा जिहा गलाई दे विच इत्थों इहनूं मोड़ देना है, ये रारा बन जाएगा। लल्ले दियां जिहड़ियां डंडियां हन थोड़ियां
ਤਿੱਖੀਆਂ ਆਪਸ ਦੇ ਵਿੱਚ ਜੁੜਨੀਆਂ ਚਾਹੀਦੀਆਂ ਹਨ ਅਤੇ ਇੱਥੋਂ ਜਿਹੜੀ ਹੈ ਆਪਾਂ ਉਹ ਸੀ ਸ਼ੁਰੂ ਕਰਨੀ ਹੈ, ਇੱਥੋਂ ਤੱਕ ਲੈ ਆਉਣੀ ਹੈ। ਦੂਸਰੇ ਪਾਸਿਓਂ ਵੀ ਬਿਲਕੁਲ ਉਸੇ ਤਰ੍ਹਾਂ ਜਿਹੜੀ ਸੀ ਆਪਾਂ ਉਹ ਲੈ ਆਉਣੀ ਹੈ ਅਤੇ ਇੱਥੋਂ ਤੱਕ ਲੈ ਕੇ ਉਸ ਨੂੰ ਛੱਡ ਦੇਣਾ ਹੈ ਅਤੇ ਆਪਣੇ ਕੋਲ ਲੱਲਾ ਬਣ ਜਾਵੇਗਾ। ਉਸ ਤੋਂ ਬਾਅਦ ਹੈ ਵਾਵਾ, ਛੋਟੀ ਇੱਕ ਲਾਈਨ ਖਿੱਚਣੀ ਹੈ, ਥੱਲੇ ਇੱਕ ਚਿਪੀ ਹੋਈ ਸੀ ਪਾਉਣੀ ਹੈ ਜੋ ਇਹਦੇ ਬਰਾਬਰ ਲੈ ਕੇ ਆਪਾਂ ਛੱਡ ਦੇਣੀ ਹੈ। ਉਸ ਤੋਂ ਬਾਅਦ ਇੱਥੋਂ ਸ਼ੁਰੂ ਕਰਨੀ ਹੈ ਅਤੇ ਸੀ ਇੱਕ ਫਿਰ ਇਹਦੇ ਬਰਾਬਰ ਲੈ ਕੇ ਪਾ ਲੈਣੀ ਹੈ। ਇਸ ਨੂੰ ਬਿਲਕੁਲ ਆਪਾਂ ਬਰਾਬਰ ਰੱਖਣਾ ਹੈ। ਬਰਾਬਰ ਰੱਖ ਕੇ ਇਸ ਦੀ ਜਿਹੜਾ ਆਕਾਰ ਆ ਉਹ ਸਹੀ ਆਪਣੇ ਕੋਲ ਬਣ ਜਾਵੇਗਾ। ਇਸ ਤੋਂ ਬਾਅਦ ਆਪਣੇ ਕੋਲ ਹੈ ਡਾੜਾ, ਇੱਥੋਂ ਹੀ ਲਿਆ ਕੇ ਆਪਾਂ ਪੈਨ ਚੱਕ ਲੈਣਾ ਹੈ, ਇੱਥੋਂ ਫਿਰ ਸ਼ੁਰੂ ਕਰਨਾ ਹੈ, ਇੱਥੇ ਬਰਾਬਰ ਲੈ ਕੇ ਇਹਦੀ ਘੁੰਡੀ ਜਿਹੜੀ ਉਹ ਮੋੜ ਲੈਣੀ ਹੈ ਅਤੇ ਇੱਥੇ ਇੱਕ ਨਵੀਂ ਡੰਡੀ ਛੋਟੀ ਲਗਾ ਦੇਣੀ ਹੈ। ਡਾੜੇ ਦੀ ਪਿਆਰੇ ਵਿਦਿਆਰਥੀਓ ਜਿਹੜੀ ਘੁੰਡੀ ਆ ਉਹ ਕਈ ਵਿਦਿਆਰਥੀ ਕੀ ਕਰਦੇ ਆ, ਇਸ ਤਰ੍ਹਾਂ ਪਾ ਦਿੰਦੇ ਆ, ਇਹ ਗਲਤ ਆ। ਇਹਦੀ ਜਿਹੜੀ ਉਹ ਦਿਖਣੀ ਨਹੀਂ ਚਾਹੀਦੀ ਆਪਾਂ ਨੂੰ। ਅਤੇ ਪੈਨ ਜਿੱਥੇ ਜਿੱਥੇ ਆਪਾਂ ਨੂੰ ਚੱਕਣ ਦੀ ਲੋੜ ਆ ਉੱਥੋਂ ਪੈਨ ਚੱਕਣਾ ਵੀ, ਆਪਾਂ ਕਲਮ ਚੱਕਣੀ ਵੀ ਆ, ਅਤੇ ਜਿੱਥੇ ਨਹੀਂ ਚੱਕਣ ਦੀ ਲੋੜ, ਜਿੱਥੋਂ ਘੁੰਡੀ ਮੋੜਨੀ ਆ ਉੱਥੇ ਆਪਾਂ ਨਹੀਂ ਵੀ ਚੱਕਣਾ। ਇਹਦੇ ਬਾਰੇ ਆਪਾਂ ਗੱਲਬਾਤ ਕਰ ਚੁੱਕੇ ਹਾਂ। ਇਸ ਤੋਂ ਬਾਅਦ ਆ ਜਾਂਦੇ ਆਪਣੇ ਕੋਲ ਬਿੰਦੀ ਵਾਲੇ ਅੱਖਰ, ਜਿਵੇਂ ਦੇਖੋ ਸੱਸੇ ਪੈਰ ਬਿੰਦੀ, ਸੱਸੇ ਦੀ ਆਪਾਂ ਜਿਹੜੀ ਬਨਾਵਟ ਉਹ ਸਿੱਖ ਚੁੱਕੇ ਹਾਂ। ਸੱਸੇ ਤੋਂ ਬਾਅਦ ਆਪਣੇ ਕੋਲ ਹੈ ਖੱਖਾ, ਬਿੰਦੀਆਂ ਆਪਾਂ ਬਾਅਦ 'ਚ ਲਗਾਉਣੇ ਇਹਨਾਂ ਦੇ। ਗੱਗਾ, ਜੱਜਾ, ਫੱਫਾ, ਲੱਲਾ। ਪਿਆਰੇ ਵਿਦਿਆਰਥੀਓ, ਕਈ ਵਿਦਿਆਰਥੀਆਂ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਕਿ ਜਿਹੜੀ ਇਹਨਾਂ ਅੱਖਰਾਂ ਦੇ ਨਾਲ ਬਿੰਦੀ ਆ ਉਹ ਕਿੱਥੇ ਲੱਗਣੀ ਆ। ਸੋ ਤੁਸੀਂ ਇਸ ਚੀਜ਼ ਨੂੰ ਨੋਟ ਕਰ ਲਓ ਵੀ ਜਿਹੜਾ ਸੱਸਾ ਹੈ ਆਪਣੇ ਕੋਲੇ ਅਤੇ ਜੱਜਾ ਹੈ, ਇਹਨਾਂ ਦੇ ਵਿਚਕਾਰ ਥੱਲੇ ਜਿਹੜੀ ਹੈ ਬਿੰਦੀ ਲੱਗੂਗੀ। ਬਾਕੀ ਜਿਹੜੇ ਆਪਣੇ ਕੋਲੇ ਅੱਖਰ ਹਨ ਖੱਖਾ, ਗੱਗਾ, ਫੱਫਾ ਅਤੇ ਲੱਲਾ ਹੈ, ਇਹਦੇ ਖੱਬੇ ਪਾਸੇ ਥੱਲੇ ਬਿੰਦੀ ਲੱਗੇਗੀ। ਸੋ ਬਿੰਦੀ ਜਿਹੜੀ ਆਪਾਂ ਇਸ ਤਰ੍ਹਾਂ ਨਾਲ ਲਗਾ ਲੈਣੀ ਹੈ। ਹੁਣ ਪਿਆਰੇ ਵਿਦਿਆਰਥੀ, ਤੁਸੀਂ ਹੁਣ ਤੱਕ ਦੇਖ ਚੁੱਕੇ ਹੋ ਵੀ ਜਿਹੜੀ ਆਪਾਂ ਗੁਰਮੁਖੀ ਵਰਨਮਾਲਾ ਦੇ 41 ਅੱਖਰ ਆ ਉਹਨਾਂ ਨੂੰ ਆਪਾਂ ਲਿਖ ਲਿਆ, ਵਧੀਆ ਆਪਾਂ ਇਹਨਾਂ ਨੂੰ ਲਿਖ ਲਿਆ ਹੈ। ਹੁਣ ਆਪਾਂ ਜਦੋਂ ਇਹਨਾਂ ਨੂੰ ਵਧੀਆ ਲਿਖ ਲਿਆ, ਫਿਰ ਆਪਾਂ ਆਪਣੀ ਲਿਖਾਈ ਹੈ ਜਿਹੜੀ ਉਸ ਨੂੰ ਕਿਵੇਂ ਸੁਧਾਰ ਸਕਦੇ ਹਾਂ, ਕੁਝ ਗੱਲਾਂ ਦਾ ਆਪਾਂ ਜਿਹੜਾ ਹੈ ਉਹ ਧਿਆਨ ਰੱਖਣਾ ਹੈ। ਵੇਖੋ, ਜਿਵੇਂ ਆਪਣੇ ਕੋਲ ਮੁਕਤਾ ਅੱਖਰ ਆ, ਕਰ, ਹੁਣ ਦੋਵਾਂ ਅੱਖਰਾਂ ਦਾ ਜਿਹੜਾ ਆਕਾਰ ਆ ਉਹ ਇੱਕੋ ਜਿਹਾ ਹੋਣਾ ਚਾਹੀਦਾ ਸੀ। ਇਹ ਨਹੀਂ ਕਿ ਇੱਕ ਅੱਖਰ ਵੱਡਾ ਇੱਕ ਅੱਖਰ ਛੋਟਾ। ਉਦੋਂ ਬਾਅਦ ਇਹ ਹੁਣ ਇੱਕ ਸ਼ਬਦ ਬਣ ਗਿਆ, ਮੁਕਤਾ ਸ਼ਬਦ ਬਣ ਗਿਆ। ਇਸ ਤੋਂ ਬਾਅਦ ਜਿਹੜਾ ਆਪਾਂ ਨਵਾਂ ਸ਼ਬਦ ਲਿਖਾਂਗੇ, ਮੰਨ ਲਓ ਆਪਾਂ ਇੱਥੇ ਲਿਖ ਲਿਆ ਸਰ, ਇਹਨਾਂ ਦੀ ਜਿਹੜੀ ਆਪਸੀ ਦੂਰੀ ਆ ਉਹ ਬਿਲਕੁਲ ਇੱਕੋ ਜਿਹੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਇੱਕ ਦੇ ਵਿੱਚ ਦੂਰੀ ਆਪਾਂ ਜ਼ਿਆਦਾ ਬਣਾਤੀ, ਇੱਕ ਦੇ ਵਿੱਚ ਥੋੜ੍ਹੀ ਬਣਾਤੀ। ਜੇ ਇੱਕੋ ਜਿਹੀ ਦੂਰੀ 'ਤੇ ਸ਼ਬਦ ਆਪਣੇ ਕੋਲ ਹੋਣਗੇ ਤਾਂ ਲਿਖੇ ਜਿਹੜੇ ਉਹ ਜ਼ਿਆਦਾ ਸੋਹਣੇ ਲੱਗਣਗੇ। ਇੱਕ ਦੇਖੋ, ਜਿਵੇਂ ਆਪਾਂ ਲਾਈਨਾਂ ਦੇ ਵਿੱਚ ਲਿਖਦੇ ਹਾਂ, ਮੰਨ ਲਓ ਜਿਵੇਂ ਮੈਂ ਗੱਲ ਕੀਤੀ ਸੀ ਵੀ ਜਿਹੜੇ ਆਪਣੇ ਅੱਖਰ ਆ ਉਹ ਵਰਗਾਕਾਰ ਹੋਣੇ ਚਾਹੀਦੇ ਆ। ਆਪਾਂ ਇੱਕ ਤਾਂ ਆਹ ਲਿਖ ਲਿਆ ਸੱਸਾ, ਇੱਕ ਆਪਾਂ ਸੱਸਾ ਆਹ ਲਿਖ ਲਿਆ। ਹੁਣ ਇਹਦਾ ਵੀ ਸਹਿਜ ਆਪਦੇ ਹਿਸਾਬ ਨਾਲ ਵਰਗਾਕਾਰੀ ਹੈ, ਇਹਦਾ ਵੀ ਆਪਦੇ ਹਿਸਾਬ ਨਾਲ ਵਰਗਾਕਾਰੀ ਹੈ। ਪਰ ਦੇਖੋ, ਜੇ ਆਪਾਂ ਐਡਾ ਅੱਖਰ ਲਿਖਾਂਗੇ, ਉਸ ਤੋਂ ਬਾਅਦ ਜਦੋਂ ਥੱਲੇ ਵਾਲੀ ਲਾਈਨ ਦੇ ਵਿੱਚ ਆਪਾਂ ਨਵਾਂ ਅੱਖਰ ਲਿਖਾਂਗੇ ਤਾਂ ਉਹਨੂੰ ਜੇ ਆਪਾਂ ਨੂੰ ਕੋਈ ਮਾਤਰਾ ਲਾਉਣੀ ਪੈਂਦੀ ਆ ਤਾਂ ਆਪਾਂ ਲਾਈ ਤੋਂ ਇੱਕ ਦੂਜੇ ਨਾਲ ਉਹ ਜਿਹੜੀ ਹੈਗੀ ਆ ਛੂਹਦੀ ਨਹੀਂ, ਟੱਚ ਨਹੀਂ ਕਰਦੇ ਅਤੇ ਅੱਖਰ ਆ ਜਿਹੜੇ ਖਰਾਬ ਨਹੀਂ ਹੁੰਦੇ। ਜੇ ਇਹਦੇ ਥੱਲੇ ਆਪਾਂ ਅੱਖਰ ਲਿਖਾਂਗੇ, ਉਹਨੂੰ ਮਾਤਰਾ ਲਾਵਾਂਗੇ ਤਾਂ ਉਹ ਆਪਸ ਦੇ ਵਿੱਚ ਕੀ ਆ ਛੂਹ ਜੂਗੀ, ਟੱਚ ਕਰ ਜੂਗੀ, ਜਿਹਦੇ ਨਾਲ ਕੀ ਅੱਖਰਾਂ ਦੀ ਸ਼ੇਪ ਆ ਜਿਹੜੀ ਉਹ ਖਰਾਬ ਹੋ ਜੂਗੀ। ਸੋ ਮੇਰੇ ਕਹਿਣ ਦਾ ਭਾਵ ਆ ਵੀ ਜਿਹੜੇ ਅੱਖਰ ਆਪਾਂ ਉਹ ਇਸ ਤਰੀਕੇ ਨਾਲ ਲਾਈਨ ਦੇ ਵਿੱਚ ਉਹਨਾਂ ਦਾ ਸਾਈਜ਼ ਓਡਾ ਹੋਣਾ ਚਾਹੀਦਾ ਕਿ ਜਦੋਂ ਆਪਾਂ ਦੂਸਰੀ ਲਾਈਨ ਦੇ ਵਿੱਚ ਕੁਝ ਅੱਖਰ ਲਿਖਾਂਗੇ, ਉਹਨਾਂ ਦੀਆਂ ਲਗਾ ਮਾਤਰਾਵਾਂ ਨਾਲ ਲਗਾਵਾਂਗੇ ਤਾਂ ਇੱਕ ਦੂਜੇ ਦੇ ਨਾਲ ਛੂਹਣ ਨਾ, ਉਸ ਨੂੰ ਖਰਾਬ ਨਾ ਕਰਨ। ਕਹਿਣ ਦਾ ਭਾਵ ਅੱਖਰ ਜਿਹੜਾ ਹੈ ਉਹ ਥੱਲੇ ਨੂੰ ਜ਼ਿਆਦਾ ਆਪਾਂ ਲੰਬਾਈ ਦੇ ਵਿੱਚ ਨਹੀਂ ਰੱਖਣਾ, ਦੂਸਰੇ ਪਾਸੇ ਨੂੰ ਜਿਹੜਾ ਹੈ ਆਪਾਂ ਉਹ ਥੋੜ੍ਹਾ ਜਿਹਾ ਚੜਾਈ ਦੇ ਵਿੱਚ ਉਹ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਹੁਣ ਜਿਵੇਂ ਆਪਾਂ ਸਿਹਾਰੀ ਬਿਹਾਰੀ ਲਾਉਣੇ ਆ ਕਿਸੇ ਵੀ ਅੱਖਰ ਨੂੰ,
ਜੇ ਮੰਨ ਲਓ ਮੈਂ ਇੱਥੇ ਕੱਕਾ ਪਾ ਲਿਆ, ਤਾਂ ਜਦੋਂ ਇਹਦੀ ਜਿਹੜੀ ਮੰਨ ਲਓ ਬਿਹਾਰੀ ਹੈ ਇੱਥੇ ਪਲਾ ਰਹੇ ਹਾਂ, ਇਹ ਬਿਲਕੁਲ 90 ਡਿਗਰੀ ਹੋਣੀ ਚਾਹੀਦੀ ਹੈ, ਅਤੇ ਉੱਪਰ ਜਾ ਕੇ ਇੱਥੋਂ ਥੋੜ੍ਹਾ ਜਿਹਾ ਫਰਕ ਹੋਣਾ ਚਾਹੀਦਾ, ਅੱਖਰ ਦੇ ਨਾਲ ਨਹੀਂ ਜੁੜਨੀ ਚਾਹੀਦੀ। ਉਹ ਨਾਲ ਜੁੜੀ ਆ ਜਿਹੜੀ ਉਹ ਬੁਰੀ ਲੱਗਦੀ ਆ, ਇਹ ਸਹੀ ਆ। ਉਵੇਂ ਹੀ ਜੇ ਆਪਾਂ ਸਿਹਾਰੀ ਪਾਵਾਂਗੇ ਤਾਂ ਜਿਹੜੀ ਉੱਤੋਂ ਆ ਕੇ ਥੋੜ੍ਹੀ ਜਿਹੀ ਹਟਵੀਂ ਹੋਣੀ ਚਾਹੀਦੀ ਆ। ਉਵੇਂ ਜਿਹੜੇ ਆਪਾਂ ਮੰਨ ਲਓ ਲਗਾਖਰ ਪਾਉਣੇ ਆ, ਉਹ ਨਾਲ ਨਹੀਂ ਆਪਾਂ ਜੋੜਨਾ, ਥੋੜ੍ਹਾ ਜਿਹਾ ਸਨ ਛੱਡ ਕੇ ਪਾਉਣਾ, ਮਾਮੂਲੀ ਜਿਹਾ ਫਰਕ ਹੋਣਾ ਚਾਹੀਦਾ। ਇਸ ਤਰੀਕੇ ਦੇ ਨਾਲ ਹੂੜਾ ਲਾ ਰਹੇ ਤਾਂ ਵੀ ਉਹ ਬਿਲਕੁਲ ਆ ਜਿਹੜੀ ਆ ਕੰਨੀ ਇਹਦੇ ਤੋਂ ਸ਼ੁਰੂ ਹੋਣਾ ਚਾਹੀਦਾ। ਇਹ ਨਹੀਂ ਕਿ ਆਪਾਂ ਹੂੜਾ ਪਾਉਣ ਲੱਗੇ ਹਾਂ, ਕਈ ਵਿਦਿਆਰਥੀ ਕੀ ਕਰਦੇ ਆ, ਇਹ ਗਲਤ ਆ, ਉੱਪਰੋਂ ਸ਼ੁਰੂ ਕਰਨਾ ਆਪਾਂ ਹਮੇਸ਼ਾ, ਤਾਂ ਕਿ ਜਿਹੜੀ ਉਹਦੀ ਸ਼ੇਪ ਆ ਉਹ ਸਹੀ ਬਣੇ ਆਪਣੇ ਕੋਲੋਂ। ਉਵੇਂ ਦੇਖੋ ਕਨੌੜਾ, ਉਵੇਂ ਜਦੋਂ ਆਪਾਂ ਔਂਕੜ ਲਾਉਣੇ ਆ ਤਾਂ ਉਹ ਅੱਖਰ ਦੇ ਬਿਲਕੁਲ ਥੱਲੇ ਹੋਣਾ ਚਾਹੀਦਾ, ਅਤੇ ਇਹ ਨਹੀਂ ਕਿ ਉਹ ਬਿਲਕੁਲ ਸਿੱਧਾ ਹੋਵੇ, ਉਹਨੂੰ ਥੋੜ੍ਹਾ ਜਿਹਾ ਆਪਾਂ ਗਲਾਈ ਦੇ ਵਿੱਚ ਰੱਖਣਾ, ਇਸ ਤਰ੍ਹਾਂ ਥੋੜ੍ਹਾ ਜਿਹਾ ਗਲਾਈ ਦੇ ਵਿੱਚ ਰੱਖਣਾ। ਇਵੇਂ ਜੇ ਆਪਾਂ ਨੂੰ ਦਲੈਂਕੜ ਲਾਉਣੇ ਪੈਂਦੇ ਆ ਤਾਂ ਦੋਵੇਂ ਦਲੈਂਕੜ ਜਿਹੜੇ ਉਹ ਥੋੜ੍ਹੀ ਜਿਹੀ ਗਲਾਈ ਦੇ ਵਿੱਚ ਹੋਣੇ ਚਾਹੀਦੇ, ਅੱਖਰ ਤੋਂ ਉਹ ਜ਼ਿਆਦਾ ਅੱਗੇ ਨਹੀਂ ਜਾਣੇ ਚਾਹੀਦੇ, ਅੱਖਰ ਦੇ ਥੱਲੇ ਥੱਲੇ ਰਹਿ ਜਾਣੇ ਚਾਹੀਦੇ ਆ। ਅੱਖਰਾਂ ਦੇ ਜਿਹੜਾ ਹੈ ਆਕਾਰ ਬਾਰੇ, ਸ਼ਬਦ ਤੋਂ ਸ਼ਬਦ ਦੀ ਦੂਰੀ ਬਾਰੇ, ਲਗਾ ਮਾਤਰਾ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਹੈ ਕਰ ਲਈ ਹੈ। ਜੋ ਬੁਨਿਆਦੀ ਨਿਯਮ ਸਨ, ਜਿਹੜੀਆਂ ਆਪਾਂ ਗਲਤੀਆਂ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਨਹੀਂ ਰੱਖਦੇ, ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰ ਲਈ ਹੈ, ਨਿਯਮਾਂ ਬਾਰੇ ਵੀ ਗੱਲਬਾਤ ਕਰ ਲਈ ਹੈ। ਸੋ ਪਿਆਰੇ ਵਿਦਿਆਰਥੀਓ, ਜਿਹੜੀ ਤੁਹਾਡੀ ਸੋਹਣੀ ਲਿਖਤ ਹੈ, ਸੁੰਦਰ ਲਿਖਾਈ ਆ, ਉਹਦਾ ਜਿਹੜਾ ਹੈ ਉਹ ਚੰਗਾ ਪ੍ਰਭਾਵ ਪੈਂਦਾ ਹੈ। ਇਹ ਗੱਲ ਸਾਨੂੰ ਆਪਣੇ ਮਨ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਕਿ ਜੇ ਅਸੀਂ ਸੁੰਦਰ ਲਿਖਾਂਗੇ ਤਾਂ ਸਾਨੂੰ ਲਿਖਣ 'ਤੇ ਵੱਧ ਸਮਾਂ ਲੱਗੇਗਾ। ਜਦੋਂ ਸਾਡਾ ਅਭਿਆਸ ਹੋ ਜਾਂਦਾ ਹੈ ਤਾਂ ਸਾਨੂੰ ਆਮ ਰੂਟੀਨ ਦੇ ਵਿੱਚ ਹੀ ਜਿੰਨੀ ਅਸੀਂ ਸਪੀਡ ਦੇ ਨਾਲ ਲਿਖਦੇ ਹਾਂ, ਉਨੀ ਸਪੀਡ ਨਾਲ ਹੀ ਅਸੀਂ ਸੋਹਣਾ ਲਿਖ ਸਕਦੇ ਹਾਂ। ਜੇ ਅਸੀਂ ਸੋਹਣਾ ਲਿਖਾਂਗੇ ਤਾਂ ਉਹ ਵੇਖਣ ਵਾਲੇ ਨੂੰ ਵੀ ਜ਼ਿਆਦਾ ਸੋਹਣਾ ਲੱਗੇਗਾ ਅਤੇ ਸਾਡੇ ਜਿਹੜਾ ਹੈ ਉਹ ਮਨ ਨੂੰ ਵੀ ਤਸੱਲੀ ਹੋਵੇਗੀ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਜਿਹੜਾ ਹੈ ਉਹ ਲਿਖਣ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਚਾਹੀਦਾ ਹੈ। ਉਮੀਦ ਕਰਦਾ ਹਾਂ ਜਿਹੜੀ ਮੇਰੀ ਇਹ ਅੱਜ ਦੀ ਵੀਡੀਓ ਹੈ ਇਹ ਤੁਹਾਡੇ ਲਈ ਬੜੇ ਫਾਇਦੇਮੰਦ ਹੋਵੇਗੀ, ਤੁਸੀਂ ਬੜਾ ਕੁਛ ਇਹਦੇ ਤੋਂ ਸਿੱਖਿਆ ਹੋਵੇਗਾ। ਇਸ ਨੂੰ ਤੁਸੀਂ ਵਾਰ-ਵਾਰ ਦੇਖਣਾ ਹੈ, ਅਭਿਆਸ ਕਰਨਾ ਹੈ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਥੀ ਇਸ ਵੀਡੀਓ ਨੂੰ ਦੇਖ ਰਹੇ ਹੈ, ਜੇਕਰ ਉਹਨਾਂ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੇ ਇਸ ਚੈਨਲ ਨੂੰ ਮੇਰੀ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ, ਅਤੇ ਇਸ ਵੀਡੀਓ ਦੇ ਥੱਲੇ ਦਿੱਤੇ ਰੈੱਡ ਕਲਰ ਦੇ ਬਟਨ ਨੂੰ ਕਲਿੱਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਮੈਂ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗਾ। ਤੁਹਾਡੇ ਤੋਂ ਹਮੇਸ਼ਾ ਹੀ ਸਕਾਰਾਤਮਕ ਜਿਹੜੇ ਸੁਝਾਵਾਂ ਦੀ ਆਸ ਦੇ ਵਿੱਚ ਰਹਾਂਗਾ। ਜੇਕਰ ਕਿਸੇ ਤਰ੍ਹਾਂ ਦਾ ਜਿਹੜਾ ਸੁਝਾਅ ਹੈ ਜਾਂ ਕੋਈ ਟਿੱਪਣੀ ਹੈ ਆਪ ਜੀ ਦੀ, ਤਾਂ ਤੁਸੀਂ ਮੇਰੇ ਇਸ ਨੰਬਰ 'ਤੇ WhatsApp ਕਰਕੇ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਸੋ ਉਮੀਦ ਕਰਦਾ ਹਾਂ ਮੇਰੀ ਇਹ ਵੀਡੀਓ ਹੈ ਜਿਹੜੀ ਉਹ ਸਾਰਿਆਂ ਲਈ ਬੜੀ ਵਧੀਆ ਸਾਬਤ ਹੋਵੇਗੀ, ਸਾਰਿਆਂ ਨੇ ਇਸ ਦਾ ਆਨੰਦ ਲਿਆ ਹੋਵੇਗਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।